ਮੈਂ ਲੇਬਰ ਰੂਮ ਵਿੱਚ ਨਰਸ ਸੀ। ਜਦ ਵੀ ਡਿਲੀਵਰੀ ਦਾ ਕੇਸ ਆਉਂਦਾ ਤਾਂ ਡਾਕਟਰ ਸਾਹਿਬ ਨੂੰ ਬਾਹਰ ਕੱਢ ਦਿੰਦੀ ਤੇ ਸਭ ਕੁਝ ਖੁਦ ਹੀ ਕਰਦੀ। ਪਰ ਇਸ ਵਾਰ ਡਾਕਟਰ ਖੁਦ ਪ੍ਰੈਗਨੈਂਟ ਸੀ। ਪਰ ਮੇਰੀ ਤਾਂ ਜਾਨ ਹੀ ਨਿਕਲ ਗਈ ਜਦ ਉਸਨੇ ਕਿਹਾ ਕਿ ਉਸ ਦੀ ਡਿਲੀਵਰੀ ਮੈਂ ਕਰਾਂਗੀ, ਕਿਉਂਕਿ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ ਸੀ। ਪਰ ਉਸ ਸਮੇਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਜਦ ਡਾਕਟਰ ਨੇ ਕਮਰੇ ਵਿੱਚ 4 ਵੱਡੇ ਸ਼ੀਸ਼ੇ ਲਗਵਾਏ ਤੇ ਮੈਨੂੰ ਆਪਣੀ ਜਗ੍ਹਾ ਤੇ ਪਾ ਦਿੱਤਾ। ਮੇਰਾ ਨਾਮ ਸ਼ੀਤਲ ਹੈ। ਬਚਪਨ ਤੋਂ ਹੀ ਮੈਨੂੰ ਪੜ੍ਹਾਈ ਵਿੱਚ ਇੰਟਰਸਟ ਨਹੀਂ ਸੀ, ਪਰ ਸਾਡੇ ਘਰ ਦੇ ਹਾਲਾਤ ਬਹੁਤ ਖਰਾਬ ਸਨ। ਮੇਰੇ ਪਿਤਾ ਜੀ ਮੈਨੂੰ ਪਸੰਦ ਨਹੀਂ ਕਰਦੇ ਸਨ ਕਿਉਂਕਿ ਉਹਨਾਂ ਨੂੰ ਇੱਕ ਬੇਟਾ ਚਾਹੀਦਾ ਸੀ, ਪਰ ਮੈਂ ਪੈਦਾ ਹੋ ਗਈ। ਇਸ ਲਈ ਮੈਂ ਜਦ ਵੀ ਉਹਨਾਂ ਦੇ ਸਾਹਮਣੇ ਜਾਂਦੀ ਉਹ ਮੈਨੂੰ ਗੁੱਸੇ ਨਾਲ ਝਿੜਕਣ ਲੱਗ ਜਾਂਦੇ। ਮੇਰੀ ਮਾਂ ਨੇ ਮੈਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਜਦ ਕਿ ਮੈਂ ਪੜ੍ਹਨਾ ਨਹੀਂ ਚਾਹੁੰਦੀ ਸੀ, ਪਰ ਮਾਂ ਦੀ ਜਿੱਦ ਕਰਕੇ ਮੈਨੂੰ ਸਕੂਲ ਜਾਣਾ ਪੈਂਦਾ ਸੀ। ਉੱਥੇ ਮੇਰਾ ਚੰਗਾ ਸਮਾਂ ਲੰਘ ਜਾਂਦਾ ਸੀ। ਮੈਂ ਰੋ ਰੋ ਕੇ 10ਵੀਂ ਪਾਸ ਕੀਤੀ ਸੀ। ਐਨੀ ਪੜ੍ਹਾਈ ਮੇਰੇ ਲਈ ਬਹੁਤ ਸੀ। ਮੈਂ ਮਾਂ ਨੂੰ ਕਿਹਾ ਕਿ ਮਾਂ, ਮੈਂ ਹੋਰ ਨਹੀਂ ਪੜ੍ਹਨਾ, ਤੁਹਾਡੀ ਵਜ੍ਹਾ ਨਾਲ ਮੈਂ ਪਹਿਲਾਂ ਹੀ ਬਹੁਤ ਪੜ੍ਹ ਚੁੱਕੀ ਹਾਂ। ਹੁਣ ਹੋਰ ਪੜ੍ਹਨ ਲਈ ਮੇਰੇ ਵਿੱਚ ਹਿੰਮਤ ਨਹੀਂ। ਮੈਂ ਹੁਣ ਹੋਰ ਨਹੀਂ ਪੜ੍ਹਾਂਗੀ। ਮੈਂ ਆਪਣੀ ਗੱਲ ਕਹਿ ਕੇ ਆਪਣੇ ਕਮਰੇ ਵਿੱਚ ਜਾਣ ਲੱਗੀ, ਪਰ ਮਾਂ ਦੇ ਸ਼ਬਦਾਂ ਨੇ ਮੇਰੇ ਪੈਰ ਰੋਕ ਦਿੱਤੇ। ਮੇਰੀ ਮਾਂ ਕਹਿਣ ਲੱਗੀ, ਫਿਰ ਤੇਰੇ ਪਿਤਾ ਜੀ ਤੇਰਾ ਵਿਆਹ ਕਰਨਾ ਚਾਹੁੰਦੇ ਹਨ, ਇਸ ਲਈ ਜੇ ਤੂੰ ਵਿਆਹ ਕਰਾਉਣਾ ਚਾਹੁੰਦੀ ਹਾਂ ਤਾਂ ਆਪਣੀ ਪੜ੍ਹਾਈ ਛੱਡ ਦੇ। ਮਾਂ ਦੀਆਂ ਗੱਲਾਂ ਨੇ ਮੈਨੂੰ ਹਿਲਾ ਦਿੱਤਾ, ਕਿਉਂਕਿ ਹੁਣ ਤੱਕ ਤਾਂ ਮੈਂ ਸਿਰਫ ਗੁੱਡੀਆਂ ਨਾਲ ਹੀ ਖੇਡਦੀ ਆ ਰਹੀ ਸੀ ਤੇ ਮੇਰੇ ਨਾਲ ਵਿਆਹ ਕੌਣ ਕਰੇਗਾ। ਮੈਂ ਹੋਰ ਜਾਣਨਾ ਚਾਹਿਆ। ਰਾਜੇਸ਼ ਰਿਕਸ਼ੇ ਵਾਲੇ ਨਾਲ। ਬਸ ਸ਼ਾਇਦ ਮੇਰੇ ਤੇ ਪਾਪਾ ਦੇ ਵਿੱਚ ਇਹ ਗੱਲ ਨਫ਼ਰਤ ਵਾਲੀ ਸਾਬਤ ਹੋਈ। ਮੈਂ ਅੰਦਰ ਜਾ ਕੇ ਬੈੱਡ ਤੇ ਬੈਠ ਕੇ ਰੋਣ ਲੱਗ ਗਈ। ਮੈਨੂੰ ਉਸ ਬੁੱਢੇ ਆਦਮੀ ਨਾਲ ਵਿਆਹ ਕਰਾਉਣ ਦਾ ਦੁੱਖ ਨਹੀਂ ਸੀ ਜਿਸ ਦੀਆਂ 2 ਪਹਿਲਾਂ ਹੀ ਪਤਨੀਆਂ ਸਨ, ਪਰ ਮੈਨੂੰ ਇਸ ਗੱਲ ਦਾ ਦੁੱਖ ਸੀ ਕਿ ਇੰਨੇ ਸਾਲਾਂ ਤੋਂ ਬਾਅਦ ਵੀ ਮੈਂ ਆਪਣੇ ਪਿਤਾ ਜੀ ਦੇ ਦਿਲ ਵਿੱਚ ਆਪਣੇ ਲਈ ਜਗ੍ਹਾ ਨਹੀਂ ਬਣਾ ਸਕੀ ਸੀ। ਇਕਲੌਤੀ ਔਲਾਦ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਦਿਲ ਮੇਰੇ ਲਈ ਥੋੜ੍ਹਾ ਜਿਹਾ ਵੀ ਨਰਮ ਨਹੀਂ ਹੋਇਆ। ਖੈਰ, ਇਸੇ ਤਰ੍ਹਾਂ ਮੈਂ ਰੋਂਦੀ ਰੋਂਦੀ ਸੌਂ ਗਈ। ਮੈਂ ਜਾਣਦੀ ਸੀ ਕਿ ਮਾਂ ਕਦੇ ਝੂਠ ਨਹੀਂ ਬੋਲਦੀ। ਇੱਕ ਮੇਰੀ ਮਾਂ ਹੀ ਹੈ ਜਿਹੜੀ ਮੇਰੀ ਪਰਵਾਹ ਕਰਦੀ ਹੈ। ਫਿਰ ਮੈਂ ਕਿਉਂ ਆਪਣੇ ਪਿਤਾ ਦੇ ਫੈਸਲੇ 'ਤੇ ਆਪਣਾ ਜੀਵਨ ਬਤੀਤ ਕਰਾਂ। ਸਹੀ ਫੈਸਲਾ ਮੇਰੇ ਲਈ ਮੇਰੀ ਮਾਂ ਵੀ ਲੈ ਸਕਦੀ ਹੈ। ਬਸ ਇਹੀ ਸੋਚਦੇ ਹੋਏ ਮੈਂ ਆਪਣੀ ਮਾਂ ਨੂੰ ਅੱਗੇ ਪੜ੍ਹਨ ਲਈ ਕਹਿ ਦਿੱਤਾ। ਮੇਰੀਆਂ ਗੱਲਾਂ ਸੁਣ ਕੇ ਮੇਰੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹਨਾਂ ਨੇ ਮੈਨੂੰ ਕਾਫੀ ਦੇਰ ਤੱਕ ਗਲੇ ਨਾਲ ਲਗਾ ਕੇ ਰੱਖਿਆ ਤੇ ਪਿਆਰ ਕੀਤਾ। ਆਖਿਰ ਉਹ ਵੀ ਬੇਵੱਸ ਸੀ। ਮੇਰੇ ਲਈ ਉਹ ਭਲਾ ਹੋਰ ਕੀ ਕਰ ਸਕਦੀ ਸੀ। ਹੁਣ ਕਾਲਜ ਵਿੱਚ ਦਾਖਲਾ ਕਰਾਉਣ ਲਈ ਪੈਸਿਆਂ ਦੀ ਸਮੱਸਿਆ ਖੜੀ ਹੋ ਗਈ। ਮਾਂ ਨੇ ਆਪਣੀ ਅੰਗੂਠੀ ਵੇਚਣ ਦਾ ਫੈਸਲਾ ਕੀਤਾ। ਅਗਲੇ ਦਿਨ ਉਹ ਆਪਣੀ ਅੰਗੂਠੀ ਕੱਢ ਕੇ ਵੇਖ ਰਹੇ ਸੀ ਕਿ ਐਨੇ ਨੂੰ ਰੇਨੂ ਆਂਟੀ ਆ ਗਈ। ਉਹ ਸਾਡੇ ਗੁਆਂਢ ਵਿੱਚ ਹੀ ਰਹਿੰਦੀ ਸੀ ਤੇ ਪੇਸ਼ੇ ਤੋਂ ਨਰਸ ਸੀ। ਰੇਨੂ ਆਂਟੀ ਮਾਂ ਨੂੰ ਕਹਿਣ ਲੱਗੀ ਕਿ ਕੀ ਹੋਇਆ, ਤੂੰ ਬੜੀ ਪਰੇਸ਼ਾਨ ਲੱਗ ਰਹੀ ਆਂ। ਮਾਂ ਕਹਿਣ ਲੱਗੀ ਕਿ ਹਾਂ, ਮੈਨੂੰ ਚਿੰਤਾ ਹੋ ਰਹੀ ਹੈ। ਸ਼ੀਤਲ ਨੇ ਕਾਲਜ ਵਿੱਚ ਦਾਖਲਾ ਲੈਣਾ ਹੈ, ਇਸ ਲਈ ਮੈਂ ਇਹ ਅੰਗੂਠੀ ਵੇਚਣ ਬਾਰੇ ਸੋਚ ਰਹੀ ਹਾਂ। ਮਾਂ ਨੇ ਅੰਗੂਠੀ ਨੂੰ ਵਾਪਸ ਡੱਬੇ ਵਿੱਚ ਰੱਖਦੇ ਹੋਏ ਕਿਹਾ। ਰੇਨੂ ਆਂਟੀ ਕਹਿਣ ਲੱਗੀ ਕਿ ਤੂੰ ਐਵੇਂ ਕਰ, ਸ਼ੀਤਲ ਦਾ ਦਾਖਲਾ ਨਰਸਿੰਗ ਵਿੱਚ ਕਰਵਾ ਦੇ। ਉੱਥੇ ਇਸ ਦਾ ਦਾਖਲਾ ਵੀ ਫ੍ਰੀ ਹੋਵੇਗਾ ਤੇ ਇਸ ਨੂੰ ਸਕਾਲਰਸ਼ਿਪ ਵੀ ਮਿਲੇਗੀ ਤੇ ਫਿਰ ਨਰਸ ਬਣਨ ਤੋਂ ਬਾਅਦ ਨੌਕਰੀ ਵੀ ਸਰਕਾਰੀ ਹੋ ਜਾਵੇਗੀ। ਇਹ ਸੁਣ ਕੇ ਮਾਂ ਦੀਆਂ ਅੱਖਾਂ ਝਲਕ ਉੱਠੀਆਂ। ਮਾਂ ਮੰਨ ਗਈ ਤੇ ਮਾਂ ਨੇ ਮੈਨੂੰ ਰੇਨੂ ਆਂਟੀ ਦੇ ਨਾਲ ਨਰਸਿੰਗ ਕਾਲਜ ਵਿੱਚ ਦਾਖਲਾ ਕਰਾਉਣ ਲਈ ਭੇਜ ਦਿੱਤਾ। ਆਂਟੀ ਵੀ ਬਹੁਤ ਚੰਗੀ ਸੀ। ਉਹ ਤੁਰੰਤ ਮੈਨੂੰ ਆਪਣੇ ਨਾਲ ਲੈ ਗਈ। ਜਦ ਅਸੀਂ ਸ਼ਾਮ ਨੂੰ ਵਾਪਸ ਆਏ ਤਾਂ ਮੇਰਾ ਦਾਖਲਾ ਨਰਸਿੰਗ ਕਾਲਜ ਵਿੱਚ ਹੋ ਚੁੱਕਿਆ ਸੀ। ਜਦ ਪਿਤਾ ਜੀ ਨੂੰ ਮੇਰੇ ਅੱਗੇ ਪੜ੍ਹਨ ਦੀ ਗੱਲ ਦਾ ਪਤਾ ਲੱਗਿਆ ਤਾਂ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਗੁੱਸਾ ਆਇਆ, ਪਰ ਜਦ ਮਾਂ ਨੇ ਇਸ ਦੇ ਫਾਇਦੇ ਗਣਵਾਏ ਕਿ ਸਾਨੂੰ 1 ਰੁਪਇਆ ਵੀ ਨਹੀਂ ਖਰਚਣਾ ਪਵੇਗਾ ਤੇ ਬਦਲੇ ਵਿੱਚ ਸਾਨੂੰ ਹੀ ਪੈਸੇ ਮਿਲਣਗੇ, ਇਸ ਲਈ ਉਹ ਦੂਜੇ ਪਾਸੇ ਕਰਵਟ ਲੈ ਕੇ ਸੌਂ ਗਏ। ਅਗਲੇ ਦਿਨ ਮੈਂ ਰੇਨੂ ਆਂਟੀ ਦੇ ਨਾਲ ਨਰਸਿੰਗ ਕਾਲਜ ਵਿੱਚ ਗਈ। ਉਹਨਾਂ ਨੇ ਮੈਨੂੰ ਉੱਥੇ ਸਭ ਨਾਲ ਮਿਲਾਇਆ ਤੇ ਉਹਨਾਂ ਨੂੰ ਮੈਨੂੰ ਕੰਮ ਬਾਰੇ ਸਮਝਾਉਣ ਲਈ ਕਿਹਾ ਤੇ ਖੁਦ ਵਾਪਸ ਚਲੇ ਗਈ। ਉੱਥੇ ਪਹਿਲਾ ਦਿਨ ਤਾਂ ਠੀਕ ਸੀ, ਸਿਰਫ ਇੰਟਰੋਡਕਸ਼ਨ ਵਿੱਚ ਹੀ ਲੰਘ ਗਿਆ। ਦੂਜਾ ਦਿਨ ਵੀ ਆਰਾਮ ਵਾਂਗ ਲੰਘ ਗਿਆ, ਪਰ ਤੀਜੇ ਦਿਨ ਪੜ੍ਹਾਈ ਸ਼ੁਰੂ ਹੋ ਗਈ ਤੇ ਫਿਰ ਰੁਕੀ ਹੀ ਨਹੀਂ। ਪਹਿਲਾ ਸਾਲ ਤਾਂ ਮੇਰਾ ਪੜ੍ਹ ਕੇ ਹੀ ਲੰਘ ਗਿਆ, ਪਰ ਹੁਣ ਪੇਪਰ ਸ਼ੁਰੂ ਹੋ ਗਏ। ਮੈਨੂੰ ਖੂਨ ਵਗੈਰਾ ਤੋਂ ਬਹੁਤ ਡਰ ਲੱਗਦਾ ਸੀ, ਇਸ ਲਈ ਜਦ ਟਾਂਕੇ ਖੂਨ ਦੀ ਗੱਲ ਆਉਂਦੀ ਤਾਂ ਮੇਰੀ ਹਿੰਮਤ ਜਵਾਬ ਦੇ ਜਾਂਦੀ। ਕਈ ਵਾਰ ਤਾਂ ਮੈਂ ਖੜੇ ਖੜੇ ਬੇਹੋਸ਼ ਹੋ ਗਈ ਸੀ, ਪਰ ਮੇਰੇ ਸਹਾਇਕਾਂ ਨੇ ਮੇਰੀ ਇੱਕ ਗੱਲ ਨਾ ਸੁਣੀ ਤੇ ਮੈਨੂੰ ਕੋਰਸ ਪੂਰਾ ਕਰਵਾ ਕੇ ਹੀ ਛੱਡਿਆ ਸੀ। ਇਸ ਦੌਰਾਨ ਮੈਂ ਸਭ ਕੁਝ ਦੇਖਦੀ ਹੀ ਰਹਿ ਜਾਂਦੀ
ਤੇ ਸਭ ਕੁਝ ਜਦ ਮੇਰੀ ਕਰਨ ਦੀ ਵਾਰੀ ਆਉਂਦੀ ਤਾਂ ਮੈਨੂੰ ਬਹੁਤ ਅਜੀਬ ਜਿਹਾ ਲੱਗਦਾ ਸੀ। ਖੈਰ ਕਿਸੇ ਤਰ੍ਹਾਂ ਮੇਰੀ ਨਰਸਿੰਗ ਵੀ ਪੂਰੀ ਹੋ ਗਈ। ਹੁਣ ਮੇਰੀ ਮਾਂ ਮੇਰਾ ਵਿਆਹ ਕਰਵਾਉਣਾ ਚਾਹੁੰਦੀ ਸੀ। ਮੇਰੇ ਕੋਰਸ ਦੇ ਦੌਰਾਨ ਮਿਲਣ ਵਾਲੇ ਪੈਸਿਆਂ ਨੇ ਮੇਰੇ ਪਿਤਾ ਜੀ ਦੇ ਅੰਦਰ ਇੱਕ ਨਵੀਂ ਉਮੀਦ ਜਗਾ ਦਿੱਤੀ ਸੀ। ਹੁਣ ਉਹ ਮੇਰਾ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਸਨ। ਉਹਨਾਂ ਨੇ ਮੇਰੀ ਮਾਂ ਦੀ ਇੱਕ ਨਾ ਚੱਲਣ ਦਿੱਤੀ, ਸਗੋਂ ਖੁਦ ਜਾ ਕੇ ਮੇਰੀ ਨੌਕਰੀ ਦਾ ਫਾਰਮ ਲੈ ਕੇ ਆਏ ਤੇ ਮੇਰੇ ਤੋਂ ਫਿਲ ਕਰਵਾ ਕੇ ਜਮ੍ਹਾਂ ਵੀ ਕਰਵਾ ਆਏ। ਮੈਂ ਵੀ ਅਜੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਤੇ ਉੱਪਰ ਤੋਂ ਮੇਰੇ ਪਾਪਾ ਦਾ ਵਰਤਾਓ ਵੀ ਮੇਰੇ ਨਾਲ ਚੰਗਾ ਹੋਣ ਲੱਗਿਆ ਸੀ। ਇਸ ਲਈ ਮੈਂ ਚੁੱਪਚਾਪ ਆਪਣੇ ਪਾਪਾ ਦੀ ਮਰਜ਼ੀ ਦੇ ਅਨੁਸਾਰ ਚੱਲਦੀ ਰਹੀ, ਪਰ ਦੂਜੇ ਪਾਸੇ ਆਪਣੀ ਮਾਂ ਦੇ ਵਿਲਾਪ ਨੂੰ ਵੀ ਦੇਖਦੀ ਸੀ। ਉਹਨਾਂ ਨੂੰ ਮੇਰੀ ਫਿਕਰ ਸੀ ਕਿ ਜੇ ਉਮਰ ਲੰਘ ਗਈ ਤੇ ਮੇਰਾ ਵਿਆਹ ਨਹੀਂ ਹੋਵੇਗਾ, ਪਰ ਇਸ ਵਾਰ ਉਹ ਵੀ ਪਿਤਾ ਜੀ ਦੇ ਅੱਗੇ ਬੇਵਸ ਹੋ ਗਈ। ਕੁਝ ਦਿਨਾਂ ਬਾਅਦ ਹੀ ਮੈਨੂੰ ਨੌਕਰੀ ਦਾ ਨਿਯੁਕਤੀ ਪੱਤਰ ਮਿਲ ਗਿਆ। ਜਿਹੜੇ ਹਸਪਤਾਲ ਵਿੱਚ ਮੈਨੂੰ ਜੌਬ ਮਿਲੀ ਸੀ ਉਹ ਹਸਪਤਾਲ ਸਾਡੇ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਸੀ। ਇਸ ਲਈ ਮੈਂ ਪੈਦਲ ਆਉਣ ਜਾਣ ਦਾ ਫੈਸਲਾ ਕੀਤਾ। ਜਦ ਮੈਂ ਪੈਦਲ ਜਾਣ ਲਈ ਨਿਕਲੀ ਤਾਂ ਪਾਪਾ ਆਪਣਾ ਮੋਟਰਸਾਈਕਲ ਲੈ ਕੇ ਆ ਗਏ ਤੇ ਮੈਨੂੰ ਉਸ 'ਤੇ ਬਿਠਾ ਕੇ ਹਸਪਤਾਲ ਛੱਡ ਕੇ ਆ ਗਏ। ਉਸ ਦਿਨ ਮੈਂ ਆਪਣੇ ਪਾਪਾ ਦੇ ਨਾਲ ਪਹਿਲੀ ਵਾਰ ਕਿਤੇ ਗਈ ਸੀ। ਮੈਂ ਦੱਸ ਨਹੀਂ ਸਕਦੀ ਕਿ ਉਸ ਟਾਈਮ ਮੈਂ ਕਿੰਨੀ ਖੁਸ਼ ਸੀ, ਕਿਉਂਕਿ ਮੇਰੀ ਜ਼ਿੰਦਗੀ ਦਾ ਉਹ ਪਹਿਲਾ ਪਲ ਸੀ ਜਦ ਮੇਰੇ ਪਿਤਾ ਜੀ ਮੇਰੇ ਤੋਂ ਖੁਸ਼ ਸਨ। ਹਸਪਤਾਲ ਵਿੱਚ ਮੇਰਾ ਪਹਿਲਾ ਦਿਨ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਸੀ। ਪਹਿਲਾਂ ਤਾਂ ਮੈਨੂੰ ਆਪਣੇ ਅਪਾਇੰਟਮੈਂਟ ਲੈਟਰ ਦੀ ਪੁਸ਼ਟੀ ਲਈ ਕਾਫੀ ਭੱਜ ਦੌੜ ਕਰਨੀ ਪਈ। ਫਿਰ ਉਸ ਤੋਂ ਬਾਅਦ ਇੱਕ ਵਾਰਡ ਵਿੱਚ ਮੇਰੀ ਡਿਊਟੀ ਲੱਗ ਗਈ, ਜਿੱਥੇ ਲੋਕ ਦੇਖਭਾਲ ਤੇ ਐਂਟਰੀ ਦਾ ਕੰਮ ਕਰਦੇ ਸਨ, ਜਿਹੜਾ ਮੇਰੇ ਲਈ ਬਹੁਤ ਮੁਸ਼ਕਿਲ ਨਹੀਂ ਸੀ। ਇਸ ਲਈ ਮੈਂ ਧੰਨਵਾਦ ਕੀਤਾ ਤੇ ਛੁੱਟੀ ਤੋਂ ਬਾਅਦ ਘਰ ਆ ਗਈ। ਉਸ ਦਿਨ ਵਿਸ਼ੇਸ਼ ਰੂਪ ਵਿੱਚ ਪਿਤਾ ਜੀ ਦੇ ਆਦੇਸ਼ 'ਤੇ ਮੇਰੇ ਲਈ ਬਿਰਿਆਨੀ ਤੇ ਨਾ ਜਾਣੇ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਣ ਲਈ ਬਣਾਈਆਂ ਗਈਆਂ ਸਨ। ਮੇਰੀ ਮਾਂ ਵੀ ਖੁਸ਼ ਸੀ, ਪਰ ਉਹਨਾਂ ਨੂੰ ਮੇਰੇ ਵਿਆਹ ਦੀ ਵੀ ਚਿੰਤਾ ਸਤਾ ਰਹੀ ਸੀ, ਪਰ ਉਹ ਖੁੱਲ੍ਹ ਕੇ ਕਹਿ ਨਹੀਂ ਸਕਦੀ ਸੀ। ਮੈਂ ਸਮਝ ਸਕਦੀ ਸੀ। ਖੈਰ ਉਸ ਵਾਰਡ ਵਿੱਚ ਮੈਂ 1 ਮਹੀਨਾ ਡਿਊਟੀ ਕੀਤੀ, ਪਰ ਕੋਈ ਖਾਸ ਕੰਮ ਨਹੀਂ ਕੀਤਾ, ਕਿਉਂਕਿ ਉੱਥੇ ਪਹਿਲਾਂ ਹੀ ਹੁਸ਼ਿਆਰ ਨਰਸਾਂ ਮੌਜੂਦ ਸਨ, ਜਿਹੜੀਆਂ ਆਪਣਾ ਕੰਮ ਕਰਨ ਲਈ ਇੱਧਰ ਉੱਧਰ ਭੱਜਦੀਆਂ ਰਹਿੰਦੀਆਂ ਸਨ। ਇਸ ਲਈ ਇੱਥੇ ਮੇਰੀ ਜਾਨ ਤਾਂ ਬਚ ਗਈ ਸੀ, ਪਰ ਅਸਲੀ ਕੰਮ ਤਾਂ 1 ਮਹੀਨੇ ਤੋਂ ਬਾਅਦ ਸ਼ੁਰੂ ਹੋਇਆ ਸੀ। ਅਚਾਨਕ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਮੈਂ 15 ਦਿਨਾਂ ਦੇ ਲਈ ਛੁੱਟੀ ਭਰ ਦਿੱਤੀ। ਇਸੇ ਦੌਰਾਨ ਮੇਰੇ ਲਈ ਇੱਕ ਰਿਸ਼ਤਾ ਆਇਆ ਜੋ ਕਿ ਬਹੁਤ ਉਚਿਤ ਸੀ ਤੇ ਉਹ ਪਿਤਾ ਜੀ ਦੀਆਂ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਵੀ ਸੀ, ਜਿਸ ਵਿੱਚ ਇੱਕ ਸ਼ਰਤ ਇਹ ਵੀ ਸ਼ਾਮਲ ਸੀ ਕਿ ਮੇਰੀ ਤਨਖਾਹ ਦੇ 3 ਹਿੱਸੇ ਮੇਰੇ ਮਾਤਾ-ਪਿਤਾ ਨੂੰ ਦਿੱਤੇ ਜਾਣਗੇ ਤੇ 1/4 ਹਿੱਸਾ ਮੇਰੇ ਪਤੀ ਨੂੰ ਦਿੱਤਾ ਜਾਵੇਗਾ। ਤਾਂ ਉਹਨਾਂ ਨੇ ਇਹ ਮੰਨ ਲਿਆ ਤੇ 20 ਦਿਨਾਂ ਵਿੱਚ ਹੀ ਮੇਰੇ ਨਾਲ ਵਿਆਹ ਕਰਵਾ ਲਿਆ। ਹੁਣ ਜਦ ਵਿਆਹ ਸੀ ਤਾਂ ਮੈਂ ਹੋਰ 15 ਦਿਨਾਂ ਦੀ ਛੁੱਟੀ ਨੂੰ ਵਧਾ ਲਿਆ ਸੀ। ਸ਼ੁਰੂਆਤ ਵਿੱਚ ਮੇਰੇ ਸਹੁਰਿਆਂ ਨੇ ਮੇਰੇ ਨਾਲ ਬਹੁਤ ਚੰਗਾ ਵਿਵਹਾਰ ਕੀਤਾ। ਸਰਕਾਰੀ ਨੌਕਰੀ ਦਾ ਇੱਕ ਫਾਇਦਾ ਇਹ ਵੀ ਹੈ, ਜੇ ਤੁਸੀਂ ਛੁੱਟੀ ਲੈਂਦੇ ਹੋ ਤਾਂ ਵੀ ਤੁਹਾਨੂੰ ਤਨਖਾਹ ਮਿਲਦੀ ਹੈ। ਇਸ ਲਈ ਮੈਨੂੰ ਤਨਖਾਹ ਮਿਲ ਗਈ ਤੇ ਮੈਂ ਸ਼ਰਤ ਦੇ ਮੁਤਾਬਕ 1/3 ਆਪਣੇ ਪਿਤਾ ਜੀ ਨੂੰ ਦੇ ਦਿੱਤਾ ਤੇ ਬਾਕੀ ਆਪਣੇ ਪਤੀ ਦੇ ਹੱਥ 'ਤੇ ਧਰ ਦਿੱਤੀ। ਜਦ ਮੈਂ ਆਪਣੀ ਤਨਖਾਹ ਆਪਣੇ ਪਤੀ ਨੂੰ ਦੇ ਦਿੱਤੀ ਤਾਂ ਉਹਨਾਂ ਦੇ ਚਿਹਰੇ ਦੇ ਭਾਵ ਬਦਲਦੇ ਹੋਏ ਮੈਂ ਦੇਖੇ ਸਨ, ਪਰ ਸ਼ਰਤ ਇਹੀ ਸੀ, ਇਸ ਲਈ ਮੈਂ ਕੁਝ ਨਹੀਂ ਕਰ ਸਕਦੀ ਸੀ। ਪਤੀ ਨੇ ਉਹ ਪੈਸੇ ਚੁੱਪਚਾਪ ਆਪਣੀ ਜੇਬ ਵਿੱਚ ਰੱਖ ਲਏ ਤੇ ਘਰ ਤੋਂ ਬਾਹਰ ਨਿਕਲ ਗਏ। ਮੈਂ ਅੰਦਰ ਹੀ ਅੰਦਰ ਡਰ ਰਹੀ ਸੀ ਕਿ ਪਤਾ ਨਹੀਂ ਕਿਆਮਤ ਮੇਰੇ 'ਤੇ ਕਦ ਆ ਜਾਵੇਗੀ, ਪਰ ਸ਼ੁਕਰ ਹੈ ਕਿ ਕੋਈ ਲੜਾਈ ਝਗੜਾ ਨਾ ਹੋਇਆ। ਮੇਰੇ ਪਤੀ 1 ਹਫ਼ਤੇ ਤੱਕ ਮੇਰੇ ਨਾਲ ਨਾਰਾਜ਼ ਰਹਿੰਦੇ ਸਨ, ਪਰ ਕੁਝ ਦਿਨਾਂ ਬਾਅਦ ਉਹ ਆਪਣੇ ਆਪ ਠੀਕ ਹੋ ਗਏ। ਮੇਰੀ ਛੁੱਟੀ ਖਤਮ ਹੋ ਚੁੱਕੀ ਸੀ, ਇਸ ਲਈ ਮੈਨੂੰ ਹਸਪਤਾਲ ਜਾਣਾ ਪਿਆ। ਦਿਨ ਉਸੇ ਤਰ੍ਹਾਂ ਲੰਘਦੇ ਸਨ। ਮੈਂ ਦੂਜੀਆਂ ਨਰਸਾਂ ਨਾਲ ਗੱਲਾਂ ਕਰਕੇ ਘਰ ਵਾਪਸ ਆ ਜਾਂਦੀ ਸੀ। ਉਹਨਾਂ ਵਿੱਚੋਂ ਕਈ ਮੇਰੇ ਨਾਲ ਨਰਸਿੰਗ ਕਾਲਜ ਵਿੱਚ ਪੜ੍ਹਦੀਆਂ ਸਨ, ਇਸ ਲਈ ਉਹਨਾਂ ਨੂੰ ਪਤਾ ਸੀ ਕਿ ਮੈਂ ਖੂਨ ਖਰਾਬੇ ਤੋਂ ਕਿੰਨਾ ਡਰਦੀ ਹਾਂ। ਤਾਂ ਜਦ ਵੀ ਅਜਿਹਾ ਕੋਈ ਕੰਮ ਹੁੰਦਾ ਤਾਂ ਉਹ ਅੱਗੇ ਵੱਧ ਜਾਂਦੀਆਂ ਤੇ ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹੋ ਜਾਂਦੀ। ਇਸੇ ਤਰ੍ਹਾਂ ਸਮਾਂ ਲੰਘਦਾ ਜਾ ਰਿਹਾ ਸੀ। ਮੇਰਾ ਸਹੁਰਾ ਪਰਿਵਾਰ ਵੀ ਮੇਰੇ ਨਾਲ ਚੰਗਾ ਵਿਵਹਾਰ ਕਰਦਾ ਸੀ, ਇਸ ਲਈ ਕਿਤੇ ਕੋਈ ਮੁਸ਼ਕਲ ਨਹੀਂ ਸੀ, ਸਿਵਾਏ ਮਹੀਨੇ ਦੀ ਤਨਖਾਹ ਨੂੰ ਜਦ ਮੈਨੂੰ ਗਲਤ ਤਰੀਕੇ ਨਾਲ ਵੰਡਣਾ ਪੈਂਦਾ ਸੀ। 2-4 ਮਹੀਨੇ ਐਵੇਂ ਹੀ ਲੰਘ ਗਏ। ਜਦ ਮੈਂ ਤਨਖਾਹ ਦਿੰਦੀ ਤਾਂ ਮੇਰੇ ਪਤੀ 1 ਹਫ਼ਤਾ ਮੇਰੇ ਨਾਲ ਨਾਰਾਜ਼ ਰਹਿੰਦੇ ਤੇ ਫਿਰ ਆਪਣੇ ਆਪ ਠੀਕ ਹੋ ਜਾਂਦੇ, ਪਰ ਜਦ 6ਵੇਂ ਮਹੀਨੇ ਦੀ ਵੀ ਅਜਿਹੀ ਸਥਿਤੀ ਹੀ ਰਹੀ ਤਾਂ ਮੇਰੇ ਪਤੀ ਦਾ ਸਬਰ ਟੁੱਟ ਗਿਆ ਤੇ ਉਹ ਮੇਰੇ ਤੋਂ ਪੂਰੀ ਤਨਖਾਹ ਖੋਹ ਕੇ ਘਰ ਤੋਂ ਬਾਹਰ ਲੈ ਗਏ। ਮੈਂ ਉਹਨਾਂ ਦੇ ਇਸ ਤਰ੍ਹਾਂ ਦੇ ਰਵੱਈਏ ਨੂੰ ਦੇਖਦੀ ਹੀ ਰਹਿ ਗਈ, ਪਰ ਉਸ ਤੋਂ ਬਾਅਦ ਉਹਨਾਂ ਦਾ ਰਵੱਈਆ ਮੇਰੇ ਨਾਲ ਚੰਗਾ ਹੋ ਗਿਆ। ਉਹ ਮੇਰੇ ਲਈ ਫਲ ਤੇ ਹੋਰ ਬਹੁਤ ਕੁਝ ਘਰ ਲੈ ਕੇ ਆਏ ਸੀ, ਪਰ ਮੇਰਾ ਦਿਲ ਕੁਝ ਵੀ ਛੂਹਣਾ ਨਹੀਂ ਚਾਹੁੰਦਾ ਸੀ, ਕਿਉਂਕਿ ਮੈਨੂੰ ਆਪਣੇ ਪਿਤਾ ਜੀ ਦੀ ਵੀ ਚਿੰਤਾ ਸੀ। ਪਤਾ ਨਹੀਂ ਕਿੰਨੇ ਸਾਲਾਂ ਤੋਂ ਬਾਅਦ ਉਹਨਾਂ ਨੇ ਮੈਨੂੰ ਪਿਤਾ ਜੀ ਦਾ ਪਿਆਰ ਦਿੱਤਾ ਸੀ,
ਪਰ ਹੁਣ ਮੇਰੇ ਪਤੀ ਦੀ ਜਿੱਦ ਕਾਰਨ ਮੈਂ ਹੁਣ ਉਹ ਰਿਸ਼ਤਾ ਵੀ ਖੋਣ ਜਾ ਰਹੀ ਸੀ, ਕਿਉਂਕਿ ਮੇਰੇ ਪਿਤਾ ਜੀ ਵੀ ਮਜ਼ਦੂਰੀ ਛੱਡ ਚੁੱਕੇ ਸਨ। ਮੇਰੀ ਤਨਖਾਹ ਨਾਲ ਹੀ ਉਹਨਾਂ ਦਾ ਗੁਜ਼ਾਰਾ ਹੁੰਦਾ ਸੀ। ਰਾਤ ਨੂੰ ਮੈਂ ਆਪਣੇ ਪਤੀ ਕੋਲ ਬੈਠੀ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਦੇਖੋ, ਤੁਹਾਡੀ ਅਜੇ ਵੀ ਇੱਕ ਦੁਕਾਨ ਹੈ। ਮੇਰੇ ਆਉਣ ਤੋਂ ਪਹਿਲਾਂ ਤਾਂ ਤੁਹਾਡਾ ਸਾਰਾ ਖਰਚਾ ਉਸੀ ਨਾਲ ਚੱਲਦਾ ਸੀ ਨਾ, ਪਰ ਮੇਰੇ ਪਿਤਾ ਜੀ ਹੁਣ ਬੁੱਢੇ ਹੋ ਗਏ ਹਨ ਤੇ ਹੁਣ ਉਹ ਮਜ਼ਦੂਰੀ ਨਹੀਂ ਕਰ ਸਕਦੇ। ਹੋਰ ਤਾਂ ਹੋਰ ਉਹਨਾਂ ਦੀ ਕੋਈ ਹੋਰ ਔਲਾਦ ਵੀ ਨਹੀਂ ਹੈ ਜਿਹੜੀ ਉਹਨਾਂ ਨੂੰ ਕਮਾ ਕੇ ਖਿਲਾ ਸਕੇ। ਤੁਸੀਂ ਆਪਣੀ ਸ਼ਰਤ 'ਤੇ ਕਾਇਮ ਰਹੋ ਨਾ। ਤੇਰੇ ਪਿਤਾ ਜੀ ਲਾਲਚੀ ਹਨ। ਕੁੜੀ ਦੇ ਵਿਆਹ ਤੋਂ ਬਾਅਦ ਵੀ ਤਨਖਾਹ ਆਪਣੀ ਮੁੱਠੀ ਵਿੱਚ ਰੱਖਣਾ ਚਾਹੁੰਦਾ ਹੈ। ਕਿਸੇ ਕੁੜੀ ਦੇ ਵਿਆਹ ਤੋਂ ਬਾਅਦ ਉਸਦੀ ਤਨਖਾਹ ਉਸਦੇ ਪੇਕਿਆਂ ਨੂੰ ਦੇਣ ਬਾਰੇ ਮੈਂ ਅੱਜ ਤੱਕ ਨਹੀਂ ਸੁਣਿਆ ਹੈ। ਮੇਰੇ ਪਤੀ ਨੇ ਤਿਰਸਕਾਰ ਭਰੇ ਸ਼ਬਦਾਂ ਨਾਲ ਕਿਹਾ, ਪਰ ਤੁਹਾਨੂੰ ਆਪਣੇ ਵਾਅਦੇ 'ਤੇ ਪੂਰਾ ਰਹਿਣਾ ਚਾਹੀਦਾ ਸੀ। ਜੇ ਤੁਸੀਂ ਤਨਖਾਹ ਦੇ ਸਾਰੇ ਪੈਸੇ ਰੱਖ ਲਏ ਤਾਂ ਪਾਪਾ ਕੀ ਸੋਚਣਗੇ? ਮੇਰੇ ਇਹਨਾਂ ਕਹਿਣ 'ਤੇ ਹੀ ਮੇਰੇ ਪਤੀ ਨੂੰ ਗੁੱਸਾ ਆ ਗਿਆ। ਉਹ ਕਹਿਣ ਲੱਗੇ, ਤੈਨੂੰ ਕੋਈ ਹੀਰੇ ਨਹੀਂ ਲੱਗੇ ਸਨ। ਤੇਰੀ ਚੰਗੀ ਕਮਾਈ ਸੀ, ਇਸ ਲਈ ਵਿਆਹ ਕਰਵਾਇਆ ਸੀ ਤੇਰੇ ਨਾਲ। ਸ਼ਾਇਦ ਤੈਨੂੰ ਖੁਸ਼ ਵੀ ਰੱਖਦਾ ਜੇ ਤੇਰਾ ਬੁੱਢਾ ਬਾਪ ਤੇਰੀ ਤਨਖਾਹ ਨਾ ਲੈਂਦਾ। ਹੁਣ ਜੇ ਤੂੰ ਮੇਰੇ ਨਾਲ ਰਹਿਣਾ ਹੈ ਤਾਂ ਤੂੰ ਇਸ ਘਰ ਤੋਂ ਬਾਹਰ ਨਹੀਂ ਜਾਵੇਂਗੀ ਤੇ ਆਪਣੇ ਬਾਪ ਨੂੰ ਇੱਕ ਫੁੱਟੀ ਕੌੜੀ ਨਹੀਂ ਦੇਵੇਂਗੀ, ਸਮਝ ਗਈ? ਇੰਨਾ ਕਹਿ ਕੇ ਉਹ ਕਮਰੇ ਤੋਂ ਬਾਹਰ ਚਲੇ ਗਏ ਤੇ ਮੈਂ ਰਾਤ ਭਰ ਰੋਂਦੀ ਰਹੀ। ਮੈਂ ਸਮਝ ਨਹੀਂ ਰਹੀ ਸੀ ਕਿ ਆਖਿਰ ਮੇਰੀ ਜ਼ਿੰਦਗੀ ਇੰਨੀ ਮੁਸ਼ਕਿਲ ਕਿਉਂ ਹੈ। ਮੇਰੇ ਜੀਵਨ ਵਿੱਚ ਆਉਣ ਵਾਲੇ ਪੁਰਸ਼ ਮੇਰੇ ਨਾਲ ਨਫ਼ਰਤ ਕਿਉਂ ਕਰਦੇ ਹਨ? ਪਹਿਲਾਂ ਹੁਣ ਤੱਕ ਮੇਰੇ ਪਿਤਾ ਮੇਰਾ ਅਪਮਾਨ ਕਰਦੇ ਰਹੇ ਤੇ ਹੁਣ ਮੇਰੇ ਪਤੀ ਮੇਰਾ ਅਪਮਾਨ ਕਰ ਰਹੇ ਹਨ। ਹੁਣ ਜੇ ਇਹਨਾਂ ਦੋ ਆਦਮੀਆਂ ਨੇ ਮੈਨੂੰ ਸਵੀਕਾਰ ਵੀ ਕੀਤਾ ਹੈ ਤਾਂ ਕੇਵਲ ਪੈਸੇ ਦੇ ਲਾਲਚ ਵਿੱਚ। ਕੀ ਮੈਂ ਇੰਨੀ ਗਈ ਗੁਜ਼ਰੀ ਹਾਂ ਕਿ ਕੋਈ ਮੇਰੀ ਇੱਜ਼ਤ ਨਹੀਂ ਕਰ ਸਕਦਾ? ਬਸ ਰਾਤ ਭਰ ਇਹੀ ਸਵਾਲ ਮੇਰੇ ਦਿਮਾਗ ਵਿੱਚ ਆਉਂਦੇ ਰਹੇ। ਪਰ ਸਵੇਰ ਹੁੰਦੇ ਹੀ ਮੇਰੇ ਸਾਹਮਣੇ ਇੱਕ ਹੋਰ ਚੁਣੌਤੀ ਸੀ। ਮੈਂ ਬੇਹੋਸ਼ ਹੋ ਗਈ ਤੇ ਜਦ ਹੋਸ਼ ਆਇਆ ਤਾਂ ਮੈਂ ਡਾਕਟਰ ਦੇ ਕੋਲ ਸੀ ਤੇ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ। ਜਦ ਮੇਰੇ ਪਤੀ ਨੂੰ ਪਤਾ ਚੱਲਿਆ ਤਾਂ ਉਹ ਬਹੁਤ ਖੁਸ਼ ਹੋਏ, ਪਰ ਉਸੇ ਸ਼ਾਮ ਮੇਰੇ ਪਿਤਾ ਜੀ ਵੀ ਪੈਸੇ ਨਾ ਮਿਲਣ ਕਰਕੇ ਪੈਸੇ ਲੈਣ ਲਈ ਮੇਰੇ ਕੋਲ ਆ ਗਏ। ਜਦ ਮੈਂ ਉਹਨਾਂ ਨੂੰ ਪੂਰੀ ਗੱਲ ਦੱਸੀ ਤਾਂ ਉਹ ਸਿਰ ਹਿਲਾ ਕੇ ਜਾਣ ਦੀ ਬਜਾਏ ਮੇਰੇ ਪਤੀ ਨਾਲ ਹਿਸਾਬ ਕਿਤਾਬ ਕਰਨ ਬੈਠ ਗਏ। ਉਹ ਕਹਿਣ ਲੱਗੇ ਕਿ ਮੈਂ ਆਪਣੀ ਬੇਟੀ ਦਾ ਵਿਆਹ ਇਸੀ ਸ਼ਰਤ 'ਤੇ ਕੀਤਾ ਸੀ ਕਿ ਤਨਖਾਹ ਦੇ 3 ਹਿੱਸੇ ਮੇਰੇ ਹੋਣਗੇ ਤੇ 1 ਹਿੱਸਾ ਤੇਰਾ ਹੋਵੇਗਾ। ਪਰ ਜਵਾਬ ਵਿੱਚ ਪਤੀ ਨੇ ਵੀ ਆਪਣੀ ਔਕਾਤ ਦਿਖਾ ਦਿੱਤੀ। ਉਹ ਗੁੱਸੇ ਵਿੱਚ ਕਹਿਣ ਲੱਗਿਆ ਕਿ ਮੈਂ ਵੀ ਤੇਰੀ ਬੇਟੀ ਨਾਲ ਵਿਆਹ ਇਸੇ ਲਈ ਕਰਵਾਇਆ ਸੀ ਕਿ ਮੈਨੂੰ ਤੇਰੀ ਬੇਟੀ ਦੀ ਪੂਰੀ ਤਨਖਾਹ ਮਿਲ ਜਾਵੇਗੀ, ਪਰ ਤੂੰ ਆਪਣੇ ਲਾਲਚ ਵਿੱਚ 5 ਮਹੀਨੇ ਦੀ ਤਨਖਾਹ ਲੈ ਗਿਆ ਹੈ। ਪਰ ਮੈਂ ਹੁਣ ਤੈਨੂੰ ਇੱਕ ਵੀ ਹੋਰ ਪੈਸਾ ਨਹੀਂ ਦੇਵਾਂਗਾ। ਚੁੱਪਚਾਪ ਕਰਕੇ ਇੱਥੋਂ ਨਿਕਲ ਜਾ। ਇਸ 'ਤੇ ਪਾਪਾ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਲੈ ਕੇ ਜਾਣ ਲੱਗੇ, ਪਰ ਮੇਰੇ ਪਤੀ ਨੇ ਵੀ ਮੈਨੂੰ ਧਮਕੀ ਦੇ ਦਿੱਤੀ ਕਿ ਜੇ ਮੈਂ ਘਰ ਤੋਂ ਬਾਹਰ ਨਿਕਲੀ ਤਾਂ ਉਹ ਮੈਨੂੰ ਤਲਾਕ ਦੇ ਦੇਣਗੇ। ਮੈਂ ਜਾਣਦੀ ਸੀ ਕਿ ਮੇਰੇ ਜੀਵਨ ਵਿੱਚ ਕਿਤੇ ਵੀ ਸੁੱਖ ਨਹੀਂ ਹੈ। ਜੇ ਮੈਨੂੰ ਪੁਰਸ਼ਾਂ ਤੋਂ ਅਪਮਾਨਿਤ ਹੋਣਾ ਹੀ ਹੈ ਤਾਂ ਬਿਹਤਰ ਹੈ ਕਿ ਮੈਂ ਆਪਣੇ ਪਿਤਾ ਜੀ ਤੋਂ ਹੀ ਅਪਮਾਨਿਤ ਹੋ ਜਾਵਾਂ। ਇਹ ਸੋਚ ਕੇ ਮੈਂ ਆਪਣੇ ਪਿਤਾ ਜੀ ਨਾਲ ਚੱਲ ਪਈ ਤੇ ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ। ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਉਹ ਜੋ ਕਹਿ ਰਹੇ ਹਨ ਉਹ ਸੱਚ ਕਰ ਦੇਣਗੇ, ਪਰ ਜਦ ਕਲਪਨਾ ਹਕੀਕਤ ਵਿੱਚ ਬਦਲੀ ਤਾਂ ਮੈਂ ਸਦਮੇ ਦੇ ਮਾਰੇ ਬੇਹੋਸ਼ ਹੋ ਗਈ। ਪਿਤਾ ਜੀ ਮੈਨੂੰ ਡਾਕਟਰ ਕੋਲ ਲੈ ਗਏ, ਜਿੱਥੇ ਮੇਰੇ ਲਈ ਇੱਕ ਹੋਰ ਬੁਰੀ ਖਬਰ ਇੰਤਜ਼ਾਰ ਕਰ ਰਹੀ ਸੀ। ਜਿਸ ਬੱਚੇ ਦੇ ਆਉਣ ਦੀ ਖੁਸ਼ੀ ਮੈਨੂੰ ਮਿਲੀ ਸੀ, ਸਦਮੇ ਤੋਂ ਬਾਅਦ ਉਹ ਖੁਸ਼ੀ ਵੀ ਖਤਮ ਹੋ ਚੁੱਕੀ ਸੀ। ਪਰ ਪਾਪਾ ਖੁਸ਼ ਸਨ। ਉਹਨਾਂ ਨੂੰ ਇਸ ਗੱਲ ਦਾ ਬੁਰਾ ਨਹੀਂ ਲੱਗਿਆ ਸੀ। ਪਰ ਘਰ ਜਾ ਕੇ ਮੈਂ ਤੇ ਮਾਂ ਗਲੇ ਲੱਗ ਕੇ ਬਹੁਤ ਰੋਈਆਂ। ਉਸ ਦਿਨ ਤੋਂ ਬਾਅਦ ਮੈਂ ਆਪਣੇ ਪਿਤਾ ਜੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤੇ ਚੁੱਪਚਾਪ ਆਪਣਾ ਕੰਮ ਕਰਦੀ ਰਹਿੰਦੀ। ਜਦ ਤਨਖਾਹ ਆਉਂਦੀ ਮੈਂ ਬਿਨਾਂ ਗਿਣੇ ਹੀ ਆਪਣੀ ਮਾਂ ਦੇ ਹੱਥ 'ਤੇ ਰੱਖ ਦਿੰਦੀ। ਸਮਾਂ ਲੰਘਣ ਦੇ ਨਾਲ ਹੌਲੀ-ਹੌਲੀ ਮੇਰੇ ਦਿਲ ਦੇ ਜ਼ਖਮ ਭਰੇ ਤਾਂ ਨਹੀਂ ਸਨ, ਪਰ ਉਹਨਾਂ ਦਾ ਦਰਦ ਥੋੜ੍ਹਾ ਘੱਟ ਹੋ ਗਿਆ ਸੀ। ਮੈਂ ਬਹੁਤ ਬਦਲ ਰਹੀ ਸੀ। ਹਸਪਤਾਲ ਵਿੱਚ ਵੀ ਆਪਣਾ ਕੰਮ ਖੁਦ ਹੀ ਕਰਦੀ ਸੀ। ਮੈਂ ਹੁਣ ਖੂਨ ਤੋਂ ਡਰੇ ਬਿਨਾਂ ਹੀ ਮਰੀਜ਼ਾਂ ਦੇ ਟਾਂਕੇ ਵਗੈਰਾ ਲਗਾ ਦਿੰਦੀ ਸੀ। ਮੈਂ ਕੁਝ ਕੀਤਾ ਹੈ, ਮੈਨੂੰ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਸੀ। ਸਭ ਲੋਕ ਮੈਨੂੰ ਹੈਰਾਨੀ ਨਾਲ ਦੇਖਦੇ ਕਿ ਸ਼ੀਤਲ ਨੂੰ ਕੀ ਹੋਇਆ ਹੈ। ਇਹ ਤਾਂ ਬਹੁਤ ਡਰਦੀ ਸੀ। ਮੇਰੇ ਵਿਆਹ ਤੇ ਤਲਾਕ ਦੇ ਬਾਰੇ ਸਭ ਜਾਣਦੇ ਸਨ, ਪਰ ਇਹ ਨਹੀਂ ਜਾਣਦੇ ਸਨ ਕਿ ਮੇਰਾ ਡਰ ਮਰਦਾਂ ਦੇ ਪਿੱਛੇ ਛੁਪੇ ਹੋਏ ਗਿੱਧਾਂ ਨੇ ਖਤਮ ਕਰ ਦਿੱਤਾ ਹੈ। ਇਸ ਲਈ ਹੁਣ ਮੈਨੂੰ ਕੁਝ ਫਰਕ ਨਹੀਂ ਪੈਂਦਾ ਸੀ ਕਿ ਹੁਣ ਮੈਂ ਕੀ ਕਰ ਰਹੀ ਹਾਂ ਤੇ ਕੀ ਨਹੀਂ। ਇਸ ਦੌਰਾਨ ਮੈਂ ਫਿਰ ਤੋਂ ਇੱਕ ਅਮੀਰ ਤੇ ਵੱਡੇ ਉਮਰ ਦੇ ਆਦਮੀ ਨਾਲ ਵਿਆਹ ਕਰਵਾ ਲਿਆ, ਜਿਹੜਾ ਕਿ ਬੱਚਾ ਨਹੀਂ ਚਾਹੁੰਦਾ ਸੀ। ਪਰ ਮੇਰੀ ਮਾੜੀ ਕਿਸਮਤ, ਜਦ ਮੈਨੂੰ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ ਤਾਂ ਉਸਨੇ ਖੁਦ ਆਪਣੇ ਹੱਥਾਂ ਨਾਲ ਦਵਾਈ ਲਿਆ ਕੇ ਦੇ ਦਿੱਤੀ ਤੇ ਇਸ ਉਮੀਦ ਨੂੰ ਵੀ ਖਤਮ ਕਰ ਦਿੱਤਾ। ਪਹਿਲੇ ਪਤੀ ਨੇ ਮੈਨੂੰ ਛੱਡ ਦਿੱਤਾ ਸੀ,
ਪਰ ਇਸ ਨੂੰ ਮੈਂ ਖੁਦ ਛੱਡ ਦਿੱਤਾ। ਹੁਣ ਮੇਰੇ ਦਿਲ ਦੇ ਸਾਰੇ ਅਰਮਾਨ ਟੁੱਟ ਚੁੱਕੇ ਸਨ। ਮੈਂ ਪਲ-ਪਲ ਰੋਂਦੀ ਰਹਿੰਦੀ ਸੀ। ਮੈਂ ਇੰਨੀ ਟੁੱਟ ਗਈ ਸੀ ਕਿ ਮੈਂ ਹਰ ਦਿਨ ਆਤਮ ਹੱਤਿਆ ਕਰਨ ਦੀ ਸੋਚਦੀ, ਪਰ ਮੇਰੀ ਹਿੰਮਤ ਹੀ ਨਹੀਂ ਹੋ ਰਹੀ ਸੀ। ਹੁਣ ਤਾਂ ਮੈਂ ਆਪਣੇ ਮੰਮੀ ਪਾਪਾ ਨੂੰ ਕਹਿ ਦਿੱਤਾ ਸੀ ਕਿ ਹੁਣ ਮੇਰਾ ਦੁਬਾਰਾ ਵਿਆਹ ਕਰਨ ਦੀ ਸੋਚਿਓ ਵੀ ਨਾ। ਜੇ ਤੁਸੀਂ ਅਜਿਹਾ ਕੀਤਾ ਤਾਂ ਮੈਂ ਘਰ ਛੱਡ ਕੇ ਚਲੀ ਜਾਵਾਂਗੀ। ਇਸ ਗੱਲ 'ਤੇ ਮੇਰੇ ਪਿਤਾ ਜੀ ਬਹੁਤ ਖੁਸ਼ ਹੋਏ ਸਨ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਮੇਰੇ ਪਿਤਾ ਜੀ ਨਹੀਂ ਹਨ, ਸਗੋਂ ਇੱਕ ਗਿੱਧ ਹਨ। ਇਸ ਲਈ ਮੈਂ ਕੋਸ਼ਿਸ਼ ਕਰਦੀ ਸੀ ਕਿ ਜਿੰਨਾ ਹੋ ਸਕੇ ਮੈਂ ਉਹਨਾਂ ਨੂੰ ਨਾ ਦੇਖਾਂ। ਮੈਂ 4 ਸਾਲਾਂ ਤੋਂ ਨਰਸ ਸੀ ਤੇ ਇਹਨਾਂ 4 ਸਾਲਾਂ ਵਿੱਚ ਮੇਰਾ ਵਿਆਹ 2 ਵਾਰ ਟੁੱਟ ਚੁੱਕਿਆ ਸੀ। ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਅੱਗੇ ਦਾ ਸਫ਼ਰ ਬਹੁਤ ਜ਼ਿਆਦਾ ਮੁਸ਼ਕਿਲ ਵਾਲਾ ਹੋਵੇਗਾ, ਪਰ ਹੁਣ ਤੱਕ ਦੇ ਮੇਰੇ ਅਨੁਭਵਾਂ ਨੇ ਮੈਨੂੰ ਇੰਨਾ ਕਠੋਰ ਬਣਾ ਦਿੱਤਾ ਸੀ ਕਿ ਮੈਂ ਹੁਣ ਮੁਸ਼ਕਿਲ ਸਮਾਂ ਵੀ ਕੱਢ ਸਕਦੀ ਸੀ। ਇਹਨਾਂ ਦਿਨਾਂ ਵਿੱਚ ਹੀ ਸਾਡੇ ਗਾਇਨੀ ਵਾਰਡ ਵਿੱਚ ਇੱਕ ਜਵਾਨ ਖੂਬਸੂਰਤ ਡਾਕਟਰ ਆਈ, ਜਿਸ ਨੂੰ ਆਪਣੇ ਨਾਲ ਇੱਕ ਨਰਸ ਦੀ ਜ਼ਰੂਰਤ ਸੀ। ਸਭ ਤੋਂ ਪਹਿਲੇ ਦਿਨ ਉਹਨਾਂ ਨੂੰ ਵਾਰਡ ਮੈਂ ਹੀ ਦਿਖਾਇਆ ਸੀ। ਅਗਲੇ ਦਿਨ ਮੇਰੀ ਡਿਊਟੀ ਲੈਟਰ ਗਾਇਨੀ ਵਾਰਡ ਲਈ ਆ ਗਿਆ ਸੀ। ਮੈਂ ਬਹੁਤ ਪਰੇਸ਼ਾਨ ਸੀ ਕਿਉਂਕਿ ਮੈਨੂੰ ਡਿਲੀਵਰੀ ਵਗੈਰਾ ਦਾ ਪਤਾ ਨਹੀਂ ਸੀ। ਜਿਹੜਾ ਨਰਸਿੰਗ ਕਾਲਜ ਵਿੱਚ ਮੈਨੂੰ ਸਿਖਾਇਆ ਜਾਂਦਾ ਸੀ ਉਹ ਮੈਂ ਠੀਕ ਨਾਲ ਨਹੀਂ ਸਿੱਖਿਆ ਸੀ ਤੇ ਹਮੇਸ਼ਾ ਗਾਇਨੀ ਦੀ ਕਲਾਸ ਛੱਡ ਕੇ ਚਲੀ ਜਾਂਦੀ ਸੀ। ਮੈਂ ਆਪਣੀ ਡਿਊਟੀ ਬਦਲਵਾਉਣ ਲਈ ਪ੍ਰਸ਼ਾਸਨੀ ਕਾਰਿਆਲੇ ਵਿੱਚ ਗਈ, ਪਰ ਉੱਥੇ ਉਹਨਾਂ ਨੇ ਮੈਨੂੰ ਸਪਸ਼ਟ ਰੂਪ ਵਿੱਚ ਦੱਸ ਦਿੱਤਾ ਕਿ ਮਾਇਰਾ ਨਾਮ ਦੀ ਇੱਕ ਡਾਕਟਰ ਨੇ ਉਸ ਨੂੰ ਆਪਣੇ ਨਾਲ ਰੱਖਣ ਲਈ ਚੁਣਿਆ ਹੈ, ਇਸ ਲਈ ਉਸ ਦੀ ਸਹਿਮਤੀ ਤੋਂ ਬਿਨਾਂ ਤੁਹਾਡੀ ਡਿਊਟੀ ਰੱਦ ਨਹੀਂ ਹੋ ਸਕਦੀ। ਫਿਰ ਮੈਂ ਗਾਇਨੀ ਵਾਰਡ ਵਿੱਚ ਡਾਕਟਰ ਮਾਇਰਾ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਦੋਂ ਉਹ ਮੈਨੂੰ ਦਿਖਾਈ ਦਿੱਤੀ ਤਾਂ ਮੈਂ ਉਹਨਾਂ ਕੋਲ ਜਾ ਕੇ ਕਿਹਾ, ਡਾਕਟਰ ਸਾਹਿਬ, ਤੁਸੀਂ ਮੇਰੀ ਇਹ ਡਿਊਟੀ ਲਗਾ ਦਿੱਤੀ ਹੈ, ਪਰ ਮੈਂ ਇਹ ਡਿਊਟੀ ਨਹੀਂ ਕਰ ਸਕਦੀ। ਮਿਹਰਬਾਨੀ ਕਰਕੇ ਮੇਰਾ ਨਾਮ ਕੈਂਸਲ ਕਰ ਦਿਓ। ਨਹੀਂ ਸ਼ੀਤਲ, ਤੈਨੂੰ ਹੀ ਮੇਰੇ ਨਾਲ ਕੰਮ ਕਰਨਾ ਹੋਵੇਗਾ, ਡਾਕਟਰ ਮਾਇਰਾ ਨੇ ਗਰਵ ਨਾਲ ਕਿਹਾ। ਮੈਨੂੰ ਇਹ ਕੰਮ ਨਹੀਂ ਆਉਂਦਾ। ਮੈਂ ਡਾਕਟਰ ਨੂੰ ਕਿਹਾ, ਕੋਈ ਗੱਲ ਨਹੀਂ, ਮੈਂ ਤੈਨੂੰ ਸਿਖਾ ਦੇਵਾਂਗੀ। ਡਾਕਟਰ ਦੀ ਸੰਤੁਸ਼ਟੀ ਨਾਲ ਵੀ ਮੈਨੂੰ ਕੋਈ ਫਰਕ ਨਹੀਂ ਪਿਆ ਸੀ। ਹੁਣ ਸੱਚ ਕਹਿਣ ਦਾ ਸਮਾਂ ਆ ਗਿਆ ਸੀ। ਜੇ ਮੈਂ ਉਹਨਾਂ ਨੂੰ ਇਹ ਕੰਮ ਨਾ ਕਰਨ ਦਾ ਅਸਲੀ ਕਾਰਨ ਨਾ ਦੱਸਦੀ ਤਾਂ ਸ਼ਾਇਦ ਇਸ ਕੰਮ ਤੋਂ ਮੈਨੂੰ ਕਦੀ ਛੁਟਕਾਰਾ ਨਾ ਮਿਲੇਗਾ। ਇਸ ਲਈ ਮੈਂ ਉਹਨਾਂ ਨੂੰ ਆਪਣੇ 2 ਵਿਆਹਾਂ ਬਾਰੇ ਦੱਸ ਦਿੱਤਾ ਤੇ ਇਹ ਵੀ ਦੱਸਿਆ ਕਿ ਮੈਂ ਨਹੀਂ ਚਾਹੁੰਦੀ ਕਿ ਮੇਰਾ ਪਰਛਾਵਾਂ ਵੀ ਕਿਸੇ ਦੀ ਔਲਾਦ 'ਤੇ ਪਵੇ ਤੇ ਕਿਸੇ ਦੀ ਔਲਾਦ ਨੂੰ ਦੇਖ ਕੇ ਮੇਰੇ ਦਿਲ ਨੂੰ ਤਕਲੀਫ ਹੋਵੇ। ਇਸ ਲਈ ਮੈਂ ਚਾਹੁੰਦੀ ਹਾਂ ਕਿ ਮੈਨੂੰ ਇਸ ਕੰਮ ਤੋਂ ਦੂਰ ਰੱਖਿਆ ਜਾਵੇ। ਡਾਕਟਰ ਸਭ ਕੁਝ ਧਿਆਨ ਨਾਲ ਸੁਣ ਰਹੀ ਸੀ। ਕੁਝ ਸੋਚਣ ਤੋਂ ਬਾਅਦ ਉਹ ਕਹਿਣ ਲੱਗੀ ਕਿ ਠੀਕ ਹੈ, ਤੈਨੂੰ ਮੇਰੇ ਨਾਲ ਕੰਮ ਕਰਨ ਦੀ ਜ਼ਰੂਰਤ ਨਹੀਂ, ਪਰ ਅਧਿਕਾਰਿਤ ਤੌਰ 'ਤੇ ਤੂੰ ਹੀ ਉਹ ਨਰਸ ਆ। ਮੈਂ ਹੁਣ ਜ਼ਿਆਦਾ ਬਹਿਸ ਨਹੀਂ ਕਰ ਸਕਦੀ ਸੀ ਤਾਂ ਮੈਂ ਚੁੱਪਚਾਪ ਉੱਥੋਂ ਚਲੇ ਗਈ। ਅਗਲੇ ਦਿਨ ਮੈਂ ਸਿੱਧੀ ਗਾਇਨੀ ਵਾਰਡ ਵਿੱਚ ਹੀ ਗਈ ਤਾਂ ਡਾਕਟਰ ਮਾਇਰਾ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਉਸ ਦਿਨ ਡਿਲੀਵਰੀ ਦਾ ਸਿਰਫ ਇੱਕ ਹੀ ਕੇਸ ਆਇਆ ਸੀ ਤੇ ਡਾਕਟਰ ਨੇ ਆਪਣੇ ਵਾਅਦੇ ਦੇ ਅਨੁਸਾਰ ਮੈਨੂੰ ਕਮਰੇ 'ਚੋਂ ਬਾਹਰ ਕੱਢ ਦਿੱਤਾ ਤੇ ਖੁਦ ਹੀ ਉਸ ਕੇਸ ਨੂੰ ਸੋਲਵ ਕਰ ਦਿੱਤਾ। ਬੱਚੇ ਦੇ ਜਨਮ ਦੇਣ ਦੀ ਖੁਸ਼ਖਬਰੀ ਤੱਕ ਦਾ ਸਾਰਾ ਕੰਮ ਡਾਕਟਰ ਨੇ ਖੁਦ ਹੀ ਕੀਤਾ ਸੀ। ਮੈਂ ਉੱਥੋਂ ਗੰਦ ਵਗੈਰਾ ਸਭ ਹਟਾ ਦਿੱਤਾ। ਹੁਣ ਮੈਂ ਸਾਰਾ ਦਿਨ ਫ੍ਰੀ ਰਹਿੰਦੀ ਤੇ ਡਾਕਟਰ ਸਾਰਾ ਕੰਮ ਇਕੱਲੀ ਹੀ ਕਰ ਲੈਂਦੀ। ਕਈ ਦਿਨਾਂ ਬਾਅਦ ਜਦ ਡਾਕਟਰ ਦੀ ਡਿਲੀਵਰੀ ਦਾ ਸਮਾਂ ਆਇਆ ਤਾਂ ਉਹਨਾਂ ਨੇ ਕਿਸੇ ਹੋਰ ਡਾਕਟਰ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਉਹਨਾਂ ਦੀ ਡਿਲੀਵਰੀ ਮੈਂ ਕਰਾਂਗੀ। ਇਹ ਸਭ ਸੁਣ ਕੇ ਮੈਂ ਹੈਰਾਨ ਹੋਈ। ਉਹਨਾਂ ਨੇ ਮੇਰੇ ਮਨਾ ਕਰਨ 'ਤੇ ਵੀ ਮੇਰੀ ਇੱਕ ਨਾ ਸੁਣੀ। ਡਾਕਟਰ ਨੇ ਲੇਬਰ ਰੂਮ ਵਿੱਚ ਵੱਡੇ-ਵੱਡੇ ਸ਼ੀਸ਼ੇ ਲਗਵਾਏ ਤੇ ਮੈਨੂੰ ਆਪਣੇ ਨਾਲ ਕਮਰੇ ਵਿੱਚ ਲੈ ਗਈ। ਕਮਰੇ ਵਿੱਚ ਲਿਜਾ ਕੇ ਮੈਨੂੰ ਬੈੱਡ 'ਤੇ ਲਿਟਾ ਦਿੱਤਾ ਤੇ ਮੈਨੂੰ ਕੁਝ ਜ਼ਰੂਰੀ ਗੱਲਾਂ ਦੱਸ ਦਿੱਤੀਆਂ ਕਿ ਇਹ ਕੰਮ ਇਸ ਤਰ੍ਹਾਂ ਕਰਨਾ ਹੈ। ਮੈਂ ਬਹੁਤ ਡਰ ਗਈ। ਮੈਂ ਡਾਕਟਰ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਮੇਰੇ ਕੋਲੋਂ ਇਹ ਕੇਸ ਸੋਲਵ ਨਾ ਕਰਵਾਇਆ ਜਾਵੇ, ਪਰ ਡਾਕਟਰ ਆਪਣੀ ਗੱਲ 'ਤੇ ਅੜ ਗਈ। ਮੈਨੂੰ ਸਮਝਾਉਣ ਤੋਂ ਬਾਅਦ ਉਸਨੇ ਮੈਨੂੰ ਬੈੱਡ ਤੋਂ ਉੱਠਣ ਦਾ ਇਸ਼ਾਰਾ ਕੀਤਾ ਤੇ ਖੁਦ ਉੱਥੇ ਲੇਟ ਗਈ। ਹੁਣ ਮੇਰੇ ਜੀਵਨ ਦਾ ਪਹਿਲਾ ਕੇਸ ਸੋਲਵ ਕਰਨ ਦਾ ਸਮਾਂ ਆ ਗਿਆ ਸੀ ਤਾਂ ਮੈਂ ਰੱਬ ਦਾ ਨਾਂ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਡਾਕਟਰ ਆਸਾਨੀ ਨਾਲ ਮੈਨੂੰ ਚਾਰੇ ਪਾਸੇ ਲੱਗੇ ਹੋਏ ਸ਼ੀਸ਼ਿਆਂ ਵਿੱਚੋਂ ਦੇਖ ਕੇ ਮੇਰਾ ਮਾਰਗਦਰਸ਼ਨ ਕਰ ਰਹੇ ਸੀ ਤੇ ਸਮਝਾਉਂਦੀ ਰਹੀ ਕਿ ਬੱਚੇ ਨੂੰ ਕਿਵੇਂ ਜਨਮ ਦੇਣਾ ਹੈ। ਅਸਲ ਵਿੱਚ ਉਹ ਇੱਕ ਬਹੁਤ ਹੀ ਨੇਕ ਔਰਤ ਸੀ ਜਿਸ ਨੇ ਇੰਨੇ ਦਰਦ ਵਿੱਚ ਵੀ ਮੇਰੇ ਨਾਲ ਇੰਨੀ ਨਿਮਰਤਾ ਨਾਲ ਗੱਲ ਕੀਤੀ। ਆਖਰਕਾਰ 1 ਘੰਟੇ ਦੇ ਬਾਅਦ ਡਾਕਟਰ ਮਾਇਰਾ ਦੇ ਪਿਆਰੇ ਜਿਹੇ ਬੱਚੇ ਦੀ ਡਿਲੀਵਰੀ ਕਰਨ ਵਿੱਚ ਮੈਂ ਕਾਮਯਾਬ ਹੋਈ। ਜਿਵੇਂ ਹੀ ਬੱਚੇ ਦਾ ਜਨਮ ਹੋਇਆ ਮੈਂ ਡਾਕਟਰ ਨੂੰ ਪ੍ਰਣਾਮ ਕੀਤਾ। ਉਹ ਵੀ ਮੁਸਕਰਾ ਰਹੀ ਸੀ। ਫਿਰ ਡਾਕਟਰ ਨੂੰ ਸ਼ਿਫਟ ਕਰਨ ਤੋਂ ਬਾਅਦ ਮੈਂ ਸਾਰੀ ਸਫਾਈ ਕੀਤੀ ਤੇ ਫਿਰ ਡਾਕਟਰ ਨੂੰ ਮਿਲਣ ਗਈ ਤਾਂ ਉਹਨਾਂ ਨੇ ਬੱਚੇ ਨੂੰ ਮੇਰੀ ਗੋਦ ਵਿੱਚ ਦੇ ਦਿੱਤਾ। ਮੈਨੂੰ ਬਹੁਤ ਹੈਰਾਨੀ ਹੋਈ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ। ਡਾਕਟਰ ਮਾਇਰਾ ਦੇ ਮੇਰੇ ਕੋਲੋਂ ਡਿਲੀਵਰੀ ਕਰਾਉਣ ਦੇ ਫੈਸਲੇ ਨੂੰ ਜਾਣਨ ਲਈ ਮੈਂ ਪਹਿਲਾਂ ਤੋਂ ਹੀ ਉਤਸੁਕ ਸੀ।
ਮੇਰੀ ਹੈਰਾਨੀ ਦੇਖ ਕੇ ਉਹ ਮੁਸਕਰਾਈ ਤੇ ਬੋਲੀ, ਜਦ ਮੈਂ ਪਹਿਲੀ ਵਾਰ ਇੱਥੇ ਆਈ ਸੀ ਤਾਂ ਤੂੰ ਹੀ ਮੈਨੂੰ ਗਾਇਨੀ ਵਾਰਡ ਦਿਖਾਇਆ ਸੀ ਤੇ ਫਿਰ ਗਾਇਨੀ ਵਾਰਡ ਛੱਡ ਕੇ ਚਲੇ ਗਈ ਸੀ। ਕੀ ਤੈਨੂੰ ਪਤਾ ਹੈ ਕਿ ਉਸ ਦਿਨ ਮੈਨੂੰ ਬਾਕੀ ਲੇਡੀ ਡਾਕਟਰ ਨੇ ਤੇਰੇ ਤੋਂ ਦੂਰ ਰਹਿਣ ਲਈ ਕਿਹਾ ਸੀ ਕਿ ਤੂੰ ਮਨਹੂਸ ਆ ਵਗੈਰਾ ਵਗੈਰਾ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਜਿੰਨਾ ਤੇਰੇ ਤੋਂ ਦੂਰ ਰਹਾਂ ਉਨਾ ਠੀਕ ਰਹੇਗਾ, ਪਰ ਮੇਰੀ ਇਹ ਸੋਚ ਤੇ ਵਿਚਾਰ ਨਹੀਂ ਸੀ, ਇਸ ਲਈ ਮੈਂ ਤੈਨੂੰ ਆਪਣੇ ਨਾਲ ਰੱਖਣ ਦਾ ਫੈਸਲਾ ਕੀਤਾ। ਫਿਰ ਅਗਲੇ ਦਿਨ ਤੂੰ ਮੈਨੂੰ ਆਪਣੀ ਕਹਾਣੀ ਦੱਸੀ। ਜਦ ਤੂੰ ਮੈਨੂੰ ਆਪਣੀ ਕਹਾਣੀ ਦੱਸੀ ਤਾਂ ਮੈਂ ਸੋਚ ਲਿਆ ਸੀ ਕਿ ਮੇਰੀ ਡਿਲੀਵਰੀ ਤੂੰ ਹੀ ਕਰੇਂਗੀ, ਕੋਈ ਹੋਰ ਨਹੀਂ, ਬਲਕਿ ਮੈਂ ਆਪਣਾ ਪਹਿਲਾ ਬੱਚਾ ਤੇਰੀ ਗੋਦ ਵਿੱਚ ਦੇਵਾਂਗੀ। ਉਸ ਤੋਂ ਬਾਅਦ ਮੈਂ ਤੇਰੇ ਲਈ ਤੇ ਆਪਣੇ ਬੱਚੇ ਦੇ ਲਈ ਰੋਜ਼ ਪ੍ਰਾਰਥਨਾ ਕਰਦੀ ਸੀ, ਕਿਉਂਕਿ ਮੈਂ ਤੈਨੂੰ ਆਪਣੇ ਬੱਚੇ ਦੀ ਮਾਂ ਬਣਾਉਣ ਦਾ ਫੈਸਲਾ ਕੀਤਾ ਸੀ। ਇਸ ਲਈ ਮੈਂ ਚਾਹੁੰਦੀ ਸੀ ਕਿ ਤੂੰ ਖੁਦ ਆਪਣੇ ਹੱਥਾਂ ਨਾਲ ਇਸ ਬੱਚੇ ਨੂੰ ਦੁਨੀਆ ਵਿੱਚ ਲਿਆਵੇਂ। ਜਦ ਮੈਂ ਇਹ ਸਭ ਆਪਣੇ ਪਤੀ ਨੂੰ ਦੱਸਿਆ ਤਾਂ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਈ। ਤਾਂ ਸ਼ੀਤਲ, ਅੱਜ ਤੋਂ ਇਹ ਬੱਚਾ ਤੇਰਾ ਏ ਤੇ ਤੂੰ ਇਸ ਦੀ ਮਾਂ ਏ। ਐਨੇ ਟਾਈਮ ਨੂੰ ਡਾਕਟਰ ਮਾਇਰਾ ਦੇ ਪਤੀ ਵੀ ਆ ਗਏ। ਉਹਨਾਂ ਨੇ ਵੀ ਮੈਨੂੰ ਦੀਦੀ ਕਹਿ ਕੇ ਮੈਨੂੰ ਹੌਸਲਾ ਦਿੱਤਾ ਕਿ ਅੱਜ ਤੋਂ ਇਹ ਬੱਚਾ ਤੁਹਾਡਾ ਹੈ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਨੂੰ ਯਕੀਨ ਹੋ ਗਿਆ ਸੀ ਕਿ ਅਸੀਂ ਚਾਹੇ ਜਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਿਉਂ ਨਾ ਕਰੀਏ, ਰੱਬ ਜ਼ਿੰਦਗੀ ਦੇ ਕਿਸੇ ਵੀ ਮੋੜ 'ਤੇ ਸਾਰੇ ਦੁੱਖਾਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸੁਲਝਾ ਦਿੰਦਾ ਹੈ। ਜਿਸ ਤਰ੍ਹਾਂ ਮੇਰੇ ਪਿਆਰੇ ਬੱਚੇ ਦੇ ਰੂਪ ਵਿੱਚ ਮੇਰੇ ਦੁੱਖਾਂ ਦਾ ਨਿਵਾਰਨ ਹੋ ਗਿਆ ਸੀ। ਤੇ ਮੈਂ ਡਾਕਟਰ ਮਾਇਰਾ ਦੀ ਵੀ ਬਹੁਤ ਸ਼ੁਕਰਗੁਜ਼ਾਰ ਸੀ, ਜਿਨ੍ਹਾਂ ਨੇ ਮੇਰੀ ਅਧੂਰੀ ਜ਼ਿੰਦਗੀ ਨੂੰ ਪੂਰਾ ਕਰ ਦਿੱਤਾ ਸੀ। ਰੱਬ ਦੀ ਕਿਰਪਾ ਨਾਲ ਹੁਣ ਉਹਨਾਂ ਦੇ ਵੀ 2 ਬੱਚੇ ਹਨ ਤੇ ਮੇਰਾ ਬੱਚਾ ਵੀ ਵੱਡਾ ਹੋ ਗਿਆ ਹੈ। ਉਸ ਦਿਨ ਤੋਂ ਬਾਅਦ ਮੈਂ ਬਿਨਾਂ ਕਿਸੇ ਡਰ ਤੋਂ ਡਾਕਟਰ ਮਾਇਰਾ ਦੇ ਨਾਲ ਹਰ ਡਿਲੀਵਰੀ ਕੇਸ ਬੜੀ ਆਸਾਨੀ ਨਾਲ ਕਰ ਲੈਂਦੀ ਹਾਂ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ, ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ ਜੀ।